ਬਾਹਰਲੀਆਂ ਸਰਾਵਾਂ ਤੇ ਜੀਐਸਟੀ ਲਾਉਣ ਦਾ ਮਾਮਲਾ ਭਖਿਆ। ਸੀਐਮ ਭਗਵੰਤ ਮਾਨ ਨੇ ਕੇਂਦਰ ਤੋਂ ਫੈਸਲਾ ਵਾਪਸ ਲੈਣ ਦੀ ਕੀਤੀ ਮੰਗ। ਰਾਜ ਸਭਾ 'ਚ ਰਾਘਵ ਚੱਡਾ ਨੇ ਵੀ ਚੱਕਿਆ ਮੁੱਦਾ। ਕੇਂਦਰ ਦੇ ਜੀਐਸਟੀ ਨੂੰ ਦੱਸਿਆ ਔਰੰਗਜ਼ੇਬ ਦਾ ਜਜ਼ੀਆ ਟੈਕਸ। ਉੜਤਾ ਪੰਜਾਬ ਤੋਂ ਬਾਅਦ ਹੁਣ ਗੁੱਡ ਲੱਕ ਜੈਰੀ ਤੇ ਵਿਵਾਦ। ਜਾਨਵੀ ਕਪੂਰ ਦੀ ਫਿਲਮ ਤੇ ਪੰਜਾਬੀ ਕਲਾਕਾਰਾਂ ਨੂੰ ਇਤਰਾਜ਼। ਰਣਜੀਤ ਬਾਵਾ ਬੋਲੇ ਪੰਜਾਬ ਨੂੰ ਬਦਨਾਮ ਕਰ ਰਿਹਾ ਬਾਲੀਵੁੱਡ। ਮਸ਼ਹੂਰ ਗੀਤਕਾਰ ਜਾਨੀ ਨੇ ਪਰਿਵਾਰ ਸਮੇਤ ਛੱਡਿਆ ਪੰਜਾਬ। ਸੀਐਮ ਤੇ ਪੰਜਾਬ ਪੁਲਿਸ ਨੂੰ ਭੇਜੀ ਚਿੱਠੀ। ਲਿਖਿਆ ਗੈਂਗਸਟਰ ਦੇ ਰਹੇ ਨੇ ਧਮਕੀਆਂ, ਦਿੱਤੀ ਜਾਵੇ ਪਰਮਾਨੈਂਟ ਸਿਕਿਉਰਿਟੀ। ਮੂਸੇਵਾਲਾ ਕਤਲकांड 'ਚ ਗੈਂਗਸਟਰ ਅਰਸ਼ਦ ਖਾਨ ਤੋਂ ਹੋਏਗੀ ਪੁੱਛਗਿੱਛ। ਰਾਜਸਥਾਨ ਤੋਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਮਾਨਸਾ ਪੁਲਿਸ। ਅਰਸ਼ਦ ਤੇ ਕਤਲ ਲਈ ਵਰਤੀ ਬਲੈਰੋ ਮੁਹੱਈਆ ਕਰਵਾਉਣ ਦਾ ਇਲਜ਼ਾਮ। ਬਨੂੜ 'ਚ ਨਮ ਅੱਖਾਂ ਨਾਲ 7 ਨੌਜਵਾਨਾਂ ਨੂੰ ਦਿੱਤੀ ਗਈ ਅੰਤਿਮ ਵਿਦਾਈ। ਪੂਰਾ ਪਿੰਡ ਪਰਿਵਾਰਾਂ ਦੇ ਦੁੱਖ 'ਚ ਹੋਇਆ ਸ਼ਰੀਕ। ਕੱਲ ਗੋਬਿੰਦ ਸਾਗਰ ਝੀਲ 'ਚ ਡੁੱਬ ਜਾਣ ਕਰਕੇ ਮੌਤ ਹੋਈ ਸੀ 7 ਨੌਜਵਾਨਾਂ ਦੀ। ਫਰੀਦਾਬਾਦ 'ਚ ਕੁਹਾੜੀ ਲੈ ਕੇ ਬਾਈਕ ਸਵਾਰਾਂ ਦੇ ਪਿੱਛੇ ਪਿਆ ਪੁਲਿਸ ਮੁਲਾਜ਼ਮ। ਗਲਤ ਸਾਈਡ ਤੇ ਆ ਰਹੇ ਬਾਈਕ ਸਵਾਰਾਂ ਤੇ ਹੋਇਆ ਗੁੱਸੇ। ਸਾਬਕਾ ਸੀਐਮ ਚਰਨਜੀਤ ਚੰਨੀ ਦੀ ਭਰਜਾਈ ਨੇ ਦਿੱਤਾ ਅਸਤੀਫਾ। ਖਰੜ ਸਿਵਲ ਹਸਪਤਾਲ ਦੇ ਐਸਐਮਓ ਦੇ ਅਹੁਦੇ ਤੇ ਤੈਨਾਤ ਸੀ ਡਾਕਟਰ ਮਨਿੰਦਰ ਕੌਰ। 20 ਜੁਲਾਈ ਨੂੰ ਸਿਹਤ ਮੰਤਰੀ ਨੇ ਪਾਈ ਸੀ ਝਾੜ। ਧਨੌਲੇ ਕਰ ਦਿੱਤਾ ਗਿਆ ਸੀ ਤਬਾਦਲਾ। ਕਿਸਾਨਾਂ ਨਾਲ ਸੀਐਮ ਮਾਨ ਦੀ ਮੀਟਿੰਗ ਜਾਰੀ। 16 ਜਥੇਬੰਦੀਆਂ ਨਾਲ ਮੀਟਿੰਗ ਕਰ ਰਹੇ ਮੁੱਖ ਮੰਤਰੀ ਤੇ ਖੇਤੀਬਾੜੀ ਮੰਤਰੀ। ਗੰਨੇ ਦੇ ਬਕਾਏ ਸਮੇਤ ਹੋਰ ਮੰਗਾਂ ਤੇ ਚਰਚਾ। ਪਤਨੀ ਨਾਲ ਆਪਣੇ ਪਿੰਡ ਸਤੌਜ ਪਹੁੰਚੇ ਸੀਐਮ ਮਾਨ। ਪਿੰਡ ਵਾਲਿਆਂ ਨੇ ਕੀਤਾ ਸ਼ਾਨਦਾਰ ਸਵਾਗਤ। ਪਹਿਲੀ ਵਾਰ ਸਹੁਰੇ ਪਿੰਡ ਗਏ ਨੇ ਡਾਕਟਰ ਗੁਰਪ੍ਰੀਤ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸਭ ਤੋਂ ਪਹਿਲਾਂ ਜ਼ਿਕਰ ਉਸ ਮੀਟਿੰਗ ਦਾ ਜੋ ਇਸ ਵੇਲੇ ਪੰਜਾਬ ਭਵਨ ਦੇ ਵਿੱਚ ਚੱਲ ਰਹੀ ਹੈ। ਸੀਐਮ ਮਾਨ ਕਿਸਾਨ ਜਥੇਬੰਦੀਆਂ ਦੇ ਨਾਲ ਪੰਜਾਬ ਭਵਨ 'ਚ ਮੀਟਿੰਗ ਕਰ ਰਹੇ ਨੇ। ਪੰਚਾਇਤ ਮੰਤਰੀ ਤੇ ਖੇਤੀਬਾੜੀ ਮੰਤਰੀ ਉਸ ਮੌਕੇ ਤੇ ਨਾਲ ਮੌਜੂਦ ਨੇ। ਇਸ ਮੀਟਿੰਗ ਦੇ ਵਿੱਚ ਨਾਲ ਨੇ 16 ਜਥੇਬੰਦੀਆਂ ਦੀ ਮੀਟਿੰਗ ਹੋ ਰਹੀ ਹੈ ਸੀਐਮ ਦੇ ਨਾਲ। ਮੰਤਰੀ ਕੁਲਦੀਪ ਧਾਲੀਵਾਲ ਇਸ ਬੈਠਕ 'ਚ ਮੌਜੂਦ ਨੇ। ਕਈ ਸਾਰੇ ਮੁੱਦੇ ਨੇ ਕਿਸਾਨਾਂ ਦੇ ਜੋ ਪਿਛਲੇ ਦਿਨਾਂ 'ਚ ਉਹਨਾਂ ਨੇ ਸਰਕਾਰ ਦੇ ਸਾਹਮਣੇ ਰੱਖੇ ਸੀ ਔਰ ਉਸ ਨੂੰ ਲੈ ਕੇ ਬਕਾਇਦਾ ਉਹਨਾਂ ਵੱਲੋਂ ਜਿਹੜੇ ਨੈਸ਼ਨਲ ਹਾਈਵੇਜ਼ ਨੇ ਉਹ ਬੰਦ ਕਰਨ ਦਾ ਵੀ ਐਲਾਨ ਕੀਤਾ ਗਿਆ। ਪਰ ਉਸ ਤੋਂ ਇੱਕ ਦਿਨ ਪਹਿਲਾਂ ਅੱਜ ਸਰਕਾਰ ਨੇ ਮੀਟਿੰਗ ਦੇ ਲਈ ਸੱਦਿਆ ਹੈ। ਪਹਿਲਾਂ ਇਹ ਖੇਤੀਬਾੜੀ ਮੰਤਰੀ ਦੇ ਨਾਲ ਮੀਟਿੰਗ ਹੋਣੀ ਸੀ, ਪਰ ਬਾਅਦ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਦੇ ਨਾਲ ਮੀਟਿੰਗ ਕਰਾਂਗੇ। ਮੁੱਖ ਮੰਤਰੀ ਦੇ ਭਰੋਸੇ ਤੋਂ ਬਾਅਦ ਹੀ ਅੱਗੇ ਦਾ ਕੋਈ ਫੈਸਲਾ ਲੈਣਗੇ। ਤਾਂ ਮੁੱਖ ਮੰਤਰੀ ਪਹੁੰਚੇ ਨੇ ਪੰਜਾਬ ਭਵਨ ਦੇ ਵਿੱਚ। ਇਹ ਮੀਟਿੰਗ ਚੱਲ ਰਹੀ ਹੈ। ਉਸ ਮੀਟਿੰਗ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਸੀਐਮ ਭਗਵੰਤ ਮਾਨ ਤੇ ਪੰਚਾਇਤ ਮੰਤਰੀ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ। ਪੰਕਜ ਕਪਾਹੀ ਜੁੜੇ ਨੇ ਸਾਡੇ ਸਹਿਯੋਗੀ ਪੰਜਾਬ ਭਵਨ ਤੋਂ। ਪੰਕਜ, ਕਿੰਨੀ ਦੇਰ ਹੋਰ ਮੀਟਿੰਗ ਚੱਲਣੀ ਹੈ ਔਰ ਕੀ ਅਪਡੇਟ ਅੰਦਰੋਂ ਕੋਈ ਆਈ ਹੈ? ਕੀ ਗੱਲਬਾਤ ਹੋ ਰਹੀ ਹੈ? देखो, पिछले 1.5 घंटे तो मीटिंग चल रही है विजय। ये मीटिंग इस करके भी इतनी अहम है क्योंकि ये मीटिंग ने तय करना है कि कल धरना होएगा या नहीं होएगा। और धरना भी अनमिथे समय के लिए, यानी कि अगर ये धरना होंदा है तो पंजाब के 8 नैशनल हाईवे जिहड़े ने वो बंद कर दिते जाणगे। इसे वजह करके मुख मंत्री ने इस मसले नूं गंभीरता नाल लिया है और किसानां नूं ये भरोसा दिता है। इस गल का जिक्र मीटिंग के अंदर मुख मंत्री कर रहे हैं कि तुहाडी हर गल सरकार मान रही है, थोड़ा समा लगता है। और पिछले जिहड़े किसानां नूं लैके मूंगी की फसल होवे या फिर दूसरे फैसले होण, वो कह रहे हैं कि सरकार ते किसान दो पहिए ने जिहड़े पंजाब दे। तां इस तरीके का जिक्र किया जा रहा। और किसान ये कह रहे हैं कि लेकिन अज असीं तां उठांगे जदों सरकार साडियां अहम मंगां मान लेगी। उन्हां दे विच इक है कि जिहड़े परचे दर्ज होए सीगे कोविड के समय, अंदोलन के समय, वो परचे किसानों के रद्द किए जान। अजे कई थावां ते रद्द नहीं होए ने। दूसरा, लख लख रुपया मुआवजा उन्हां किसानों के परिवारां नूं दिता जावे जिहड़े अंदोलन के दौरान जिन्हां दी मौत हो गई सीगी। तीसरा यह भी है कि नरमे नूं लैके अधिकारी पहुंचे, लेकिन ग्राउंड जीरो ते असीं भी वो रिपोर्ट दिखाई सी कि किवें नरमा पूरी तरीके नाल तबाह हो गया। तो किसानां नूं मुआवजा दिता जावे। इस तों इलावा
ਜਿਹੜੇ ਮੀਂਹ ਤੋਂ ਬਾਅਦ ਹੜ੍ਹ ਵਰਗੇ ਹਾਲਾਤ ਬਣੇ ਨੇ, ਝੋਨਾ ਬੇहद ਖਰਾਬ ਹੋ ਗਿਆ ਵਾ, ਉਸ ਦਾ ਪੈਸਾ ਦਿੱਤਾ ਜਾਵੇ, ਗੰਨੇ ਦਾ ਬਕਾਇਆ ਦਿੱਤਾ ਜਾਵੇ, ਪ੍ਰਾਈਵੇਟ ਕੰਪਨੀਆਂ ਤੋਂ ਬਕਾਇਆ ਲੈ ਕੇ ਦਿੱਤਾ ਜਾਵੇ। ਇਹ ਸਾਰੀਆਂ ਗੱਲਾਂ ਚੱਲ ਰਹੀਆਂ ਔਰ ਇਸੇ ਵਜ੍ਹਾ ਕਰਕੇ 1.5 ਘੰਟਾ ਹੋ ਗਿਆ ਮੀਟਿੰਗ ਦੀ। ਤਸਵੀਰ ਸੁਖਜਿੰਦਰ ਜ਼ਰੂਰ ਦਿਖਾਓ। ਇਸ ਵੇਲੇ ਕਿਸੇ ਵੀ ਤਰੀਕੇ ਨਾਲ ਕੋਈ ਹਲਚਲ ਨਹੀਂ ਹੈ ਕਿ ਮੀਟਿੰਗ ਜਲਦ ਖਤਮ ਹੋ ਜਾਏਗੀ, ਸਮਾਂ ਅਜੇ ਹੋਰ ਮੀਟਿੰਗ ਖਤਮ ਹੋਣ ਨੂੰ ਲੱਗ ਸਕਦਾ ਹੈ। ਵਿਜੇ, ਇਸ ਪੰਜਾਬ ਭਵਨ ਦੀ ਇੱਕ ਇੰਟਰਸਟਿੰਗ ਗੱਲ ਹੋਰ ਹੈ ਕਿ ਥੋੜੀ ਦੇਰ ਪਹਿਲਾਂ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਵੀ ਪਹੁੰਚੇ ਨੇ ਔਰ ਇਸ ਵੇਲੇ ਅਗਰ ਚੇਤਨ ਸਿੰਘ ਜੋੜਾ ਮਾਜਰਾ ਪੰਜਾਬ ਭਵਨ ਨੇ ਜਦੋਂ ਮੁੱਖ ਮੰਤਰੀ ਕਿਸਾਨਾਂ ਨਾਲ ਮੀਟਿੰਗ ਕਰ ਰਹੇ ਨੇ ਤਾਂ ਕੀ ਮੁੱਖ ਮੰਤਰੀ ਦੇ ਨਾਲ ਜੋੜਾ ਮਾਜਰਾ ਦੀ ਮੀਟਿੰਗ ਹੋਏਗੀ? ਕਿ ਮੁੱਖ ਮੰਤਰੀ ਮਿਲਣਗੇ ਸਿਹਤ ਮੰਤਰੀ ਨੂੰ? ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕਾਫੀ ਇੰਟਰਸਟਿੰਗ ਇਸ ਵੇਲੇ ਪਹਿਲੂ ਬਣਿਆ ਹੋਇਆ ਹੈ, ਕਿਉਂਕਿ ਪਿਛਲੇ ਦਿਨਾਂ 'ਚ ਖਬਰਾਂ ਆਈਆਂ ਸੀ ਕਿ ਵੀਸੀ ਵਿਵਾਦ ਤੋਂ ਲੈ ਕੇ ਮੁੱਖ ਮੰਤਰੀ ਖਫਾ ਸੀ, ਬਹੁਤ ਸਾਰੀਆਂ ਚਰਚਾਵਾਂ ਚੱਲੀਆਂ। ਹਾਲਾਂਕਿ ਸਿਹਤ ਮੰਤਰੀ ਚੇਤਨ ਸਿੰਘ ਜ਼ਰੂਰ ਰਹਿਣਗੇ, ਲੇਕਿਨ ਪਿਛਲੇ ਸਮੇਂ 'ਚ ਖਬਰਾਂ ਜ਼ਰੂਰ ਆਈਆਂ ਸੀ ਕਿ ਮੁੱਖ ਮੰਤਰੀ ਨੇ ਸਿਹਤ ਮੰਤਰੀ ਨਾਲ ਮੁਲਾਕਾਤ ਨਹੀਂ ਕੀਤੀ ਸੀ। ਤਾਂ ਕੀ ਇਹ ਮੁਲਾਕਾਤ ਹੋਏਗੀ? ਮੁਲਾਕਾਤ ਕੀ ਕੁਝ ਹੋਏਗਾ? ਇਹ ਵੀ ਕਾਫੀ ਆਪਣੇ ਆਪ ਦੇ ਵਿੱਚ ਅਹਿਮ ਹੈ। ਔਰ ਦੂਸਰਾ, ਇਹ ਮੀਟਿੰਗ ਖਤਮ ਹੋਣ ਤੇ ਪਤਾ ਲੱਗੇਗਾ ਕਿ ਕੀ ਕਿਸਾਨ ਅਣਮਿੱਥੇ ਸਮੇਂ ਦੇ ਲਈ ਧਰਨਾ ਲਾਣਗੇ, ਫਿਰ ਤੋਂ ਸੜਕਾਂ ਤੇ ਉਤਰਨਗੇ, ਜਾਂ ਫਿਰ ਕਿਸਾਨਾਂ ਦੇ ਨਾਲ ਸਰਕਾਰ ਦੀ ਸਹਿਮਤੀ ਬਣ ਗਈ ਔਰ ਕੁਝ ਫੈਸਲੇ ਸਰਕਾਰ ਵੱਲੋਂ ਡਾਇਰੈਕਟ ਲੈ ਲਿੱਤੇ ਗਏ ਨੇ। ਇਹ ਥੋੜੀ ਦੇਰ ਬਾਅਦ ਤਸਵੀਰ ਜਿਹੜੀ ਉਹ ਸਾਫ਼ ਹੋਏਗੀ। ਵਿਜੇ, ਧੰਨਵਾਦ ਪੰਕਜ ਇਸ ਜਾਣਕਾਰੀ ਦੇ ਲਈ। ਤਾਂ ਥੋੜੀ ਦੇਰ ਦੇ ਵਿੱਚ ਤਸਵੀਰ ਸਾਫ਼ ਹੋ ਜਾਏਗੀ, ਪਰ ਇੱਕ ਜਿਹੜੀ ਇੰਟਰਸਟਿੰਗ ਅਪਡੇਟ ਪੰਕਜ ਨੇ ਦੱਸੀ ਹੈ ਕਿ ਚੇਤਨ ਸਿੰਘ ਜੋੜਾ ਮਾਜਰਾ ਵੀ ਪਹੁੰਚੇ ਨੇ। ਯਾਨੀ ਇਸ ਮੀਟਿੰਗ ਤੋਂ ਬਾਅਦ ਸੀਐਮ ਇਕੱਲੇ ਤੌਰ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਸਕਦੇ ਨੇ, ਖਾਸ ਕਰਕੇ ਉਸ ਮੁੱਦੇ ਤੇ ਜੋ ਪਿਛਲੇ ਦਿਨੀ ਜ਼ਿਆਦਾ ਗਰਮਾਇਆ ਰਿਹਾ, ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਉਸ ਨੂੰ ਲੈ ਕੇ ਚੱਲੀਆਂ। ਪਰ ਅੱਜ ਦੇਖਣਾ ਹੋਏਗਾ ਕਿ ਕੀ ਗੱਲਬਾਤ ਸੀਐਮ ਦੀ ਸਿਹਤ ਮੰਤਰੀ ਦੇ ਨਾਲ ਹੁੰਦੀ ਹੈ। ਜਿਵੇਂ ਹੀ ਮੀਟਿੰਗ ਖਤਮ ਹੋਏਗੀ ਅਸੀਂ ਦੁਬਾਰਾ ਅਪਡੇਟ ਦੇ ਲਈ ਤੁਹਾਨੂੰ ਪੰਜਾਬ ਭਵਨ ਲੈ ਚੱਲਾਂਗੇ। ਕਿਸਾਨ ਜਥੇਬੰਦੀਆਂ ਕੀ ਫੈਸਲਾ ਲੈਂਦੀਆਂ ਨੇ, ਕੀ ਕੱਲ ਦਾ ਜਿਹੜਾ ਪ੍ਰੋਟੈਸਟ ਉਹਨਾਂ ਵੱਲੋਂ ਲਿਖਿਆ ਗਿਆ ਉਹ ਸਟੈਂਡ ਕਰੇਗਾ ਜਾਂ ਫਿਰ ਕਿਸਾਨ ਜਥੇਬੰਦੀਆਂ ਆਪਣਾ ਫੈਸਲਾ ਬਦਲ ਦਿੰਦੀਆਂ ਨੇ ਸਰਕਾਰ ਨਾਲ ਇਸ ਮੀਟਿੰਗ ਤੋਂ ਬਾਅਦ। ਤੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਬਣੀਆਂ ਸਰਾਵਾਂ ਤੇ ਜੀਐਸਟੀ ਲਾਉਣ ਦਾ ਮਾਮਲਾ ਗਰਮਾ ਗਿਆ ਹੈ। ਐਸਜੀਪੀਸੀ ਦੇ ਇਤਰਾਜ਼ ਤੋਂ ਬਾਅਦ ਪੰਜਾਬ ਦੀ ਸਿਆਸਤ ਇਸ ਨੂੰ ਲੈ ਕੇ ਗਰਮ ਹੈ। ਸੀਐਮ ਭਗਵੰਤ ਮਾਨ ਸਮੇਤ ਕਾਂਗਰਸ, ਅਕਾਲੀ ਦਲ ਸਭ ਨੇ ਕੇਂਦਰ ਦੇ ਫੈਸਲੇ ਤੇ ਸਵਾਲ ਚੁੱਕੇ ਨੇ। ਕੇਂਦਰ ਨੂੰ ਅਪੀਲ ਕੀਤੀ ਹੈ ਕਿ ਸਰਾਵਾਂ ਤੇ ਜੀਐਸਟੀ ਲਾਉਣ ਵਾਲਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ। ਸੀਐਮ ਮਾਨ ਨੇ ਕਿਹਾ ਕਿ ਇਹ ਟੈਕਸ ਸਰਾਵਾਂ ਤੇ ਨਹੀਂ, ਇਹ ਸ਼ਰਧਾਲੂਆਂ ਦੀ ਸ਼ਰਧਾ ਤੇ ਲਾਇਆ ਗਿਆ ਹੈ। ਸੋ ਦੱਸ ਦਈਏ ਕਿ ਨਵੇਂ ਰੂਲਸ ਮੁਤਾਬਕ ਹੁਣ ਸਰਾਵਾਂ ਨੂੰ 12% ਜੀਐਸਟੀ ਦੇ ਦਾਇਰੇ ਦੇ ਹੇਠ ਲਿਆਂਦਾ ਗਿਆ ਹੈ। ਯਾਨੀ ਜੇ 1000 ਰੁਪਇਆ ਜਿਵੇਂ ਸਾਰਾਗੜੀ ਸਰਾਂ ਦੇ ਵਿੱਚ ਇੱਕ ਕਮਰੇ ਦਾ ਲਿਆ ਜਾਂਦਾ ਹੈ ਤਾਂ ਉੱਥੇ ਹੁਣ 1120 ਰੁਪਏ ਦੇਣੇ ਪੈਣਗੇ। 12% ਜੀਐਸਟੀ ਉੱਥੇ ਲਗਾਇਆ ਗਿਆ ਹੈ। ਸੋ ਸੀਐਮ ਨੇ ਟਵੀਟ ਕੀਤਾ ਹੈ ਇਸ ਬਾਬਤ। ਸੀਐਮ ਦਾ ਟਵੀਟ ਤੁਹਾਨੂੰ ਦਿਖਾਉਣੇ ਹਾਂ। ਟਵੀਟ ਦੇ ਵਿੱਚ ਸੀਐਮ ਨੇ ਲਿਖਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਸ਼੍ਰੀ ਦਰਬਾਰ ਸਾਹਿਬ ਨੇੜੇ ਸਥਿਤ ਸਰਾਵਾਂ ਤੇ 12% ਜੀਐਸਟੀ ਲਾਉਣ ਦੇ ਫੈਸਲੇ ਦੀ ਮੈਂ ਸਖਤ ਸ਼ਬਦਾਂ 'ਚ ਨਿੰਦਾ ਕਰਦਾ ਹਾਂ। ਧਰਮ ਸਥਾਨ ਸਭ ਦੇ ਸਾਂਝੇ ਹੁੰਦੇ ਨੇ, ਇਹ ਟੈਕਸ ਸ਼ਰਧਾਲੂਆਂ ਦੀ ਸ਼ਰਧਾ ਤੇ ਲਗਾਇਆ ਗਿਆ ਹੈ। ਕੇਂਦਰ ਨੂੰ ਅਪੀਲ ਹੈ ਕਿ ਤੁਰੰਤ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ। ਇਹ ਟਵੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਹੈ। ਐਮਪੀ ਹਰਸਿਮਰਤ ਕੌਰ ਬਾਦਲ ਨੇ, ਬਠਿੰਡਾ ਤੋਂ ਐਮਪੀ ਨੇ, ਉਹਨਾਂ ਵੱਲੋਂ ਵੀ ਟਵੀਟ ਕੀਤਾ ਹੈ। ਹਰਸਿਮਰਤ ਬਾਦਲ ਨੇ ਲਿਖਿਆ ਹੈ ਕਿ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਐਸਜੀਪੀਸੀ ਵੱਲੋਂ ਚਲਾਈਆਂ ਜਾ ਰਹੀਆਂ 3 ਸਰਾਵਾਂ ਵਿੱਚ ਰਿਹਾਇਸ਼ ਦੇ ਖਰਚਿਆਂ ਤੇ 12% ਜੀਐਸਟੀ ਲਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਨੇ ਸਿੱਖ ਭਾਈਚਾਰੇ ਨੂੰ ਝਟਕਾ ਦਿੱਤਾ ਹੈ। ਇਹ ਟਵੀਟ ਹਰਸਿਮਰਤ ਬਾਦਲ ਨੇ ਕੀਤਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਵੱਲੋਂ ਵੀ ਟਵੀਟ ਕੀਤਾ ਗਿਆ। ਰਾਜਾ ਵੜਿੰਗ ਨੇ ਆਪਣੇ ਟਵੀਟ 'ਚ ਲਿਖਿਆ ਹੈ ਕਿ ਸਰਾਵਾਂ ਤੇ ਜੀਐਸਟੀ ਲਾਉਣਾ ਨਿੰਦਨਯੋਗ ਹੈ। ਕਾਲੇ ਖੇਤੀ ਕਾਨੂੰਨਾਂ ਖਿਲਾਫ ਆਵਾਜ਼ ਚੁੱਕਣ ਲਈ ਸਿੱਖ ਸੰਗਤ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਹੈ। ਭਾਜਪਾ ਇਸ ਨੂੰ ਲੈ ਕੇ ਮੁਆਫੀ ਮੰਗੇ ਅਤੇ ਕੰਪਲੈਕਸ ਤੇ ਜੀਐਸਟੀ ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ। ਇਹ ਟਵੀਟ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕੀਤਾ ਗਿਆ। ਤੇ ਕੇਂਦਰ ਸਰਕਾਰ ਵੱਲੋਂ ਲਾਏ ਜੀਐਸਟੀ ਨੂੰ ਲੈ ਕੇ ਵੱਖ-ਵੱਖ ਧਾਰਮਿਕ ਤੇ ਸਿਆਸੀ ਪ੍ਰਤੀਕਰਮ ਸਾਹਮਣੇ ਆ ਰਹੇ ਨੇ, ਤੁਹਾਨੂੰ ਸੁਣਾਉਂਦੇ ਹਾਂ। ਲੰਗਰਾਂ ਤੇ ਜੀਐਸਟੀ ਲਾਈ ਗਈ। ਹੁਣ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਐਂਦਰੀ ਨਿਵਾਸ, ਮਾਤਾ ਭਾਗ ਕੌਰ ਨਿਵਾਸ,
ਅਤੇ ਬਾਬਾ ਦੀਪ ਸਿੰਘ ਨਿਵਾਸ ਜਿਹੜੇ ਕਮਰੇ ਸੰਗਤਾਂ ਨੂੰ ਦਿੱਤੇ ਜਾਂਦੇ ਨੇ ਉਹਨਾਂ ਤੇ GST ਲਾਈ ਗਈ ਹੈ। ਇਹ ਇੱਕ ਹਿਸਾਬ ਨਾਲ ਸੰਗਤਾਂ ਤੇ ਨਵਾਂ ਬੋਝ ਪਾ ਦਿੱਤਾ ਗਿਆ। ਜੇ ਕਹਿ ਲਿਆ ਜਾਵੇ कि ये जजिया टैक्स है तो ये कोई अटकथनी नहीं है। अमृतसर गुरुओं की नगरी माना जाता है, पवित्र धरती माना जाता है। वहां पर सर जितने भी सराय हैं, जितने भी अकोमोडेशन सेंटर्स हैं, उन पर भी GST लगाकर आज औरंगजेब के जजिया टैक्स वापस लाने का काम भाजपा की सरकार ने किया है। गुरु नानक देव का सेवा ते सिमरन का सिद्धांत है, कोई कमर्शियल ऑर्गेनाइजेशन नहीं है, कोई बिजनेस ऑर्गेनाइजेशन नहीं है। इस करके ये आदेश जिहड़ा जल्दी ही सरकार इनू करैक्ट कर देगी। ये अधिकारियों की या बाकी लोगों की गलती है जिहदे च होया, और मैं समझना कि होर भी जिहड़े सेवा वाले स्थान ने जिथे कोई बिजनेस एक्टिविटी नहीं हुंदी, वो बाकी धर्मां ते भी इस तरह का ये लागू होना चाहिए। पर दरबार साहब के उपर होना बड़ी मैं समझना किसी अधिकारी की गलती है, वो भी मंदभागी गल आ, ते उहदे लई असीं माफ़ी भी चाहुंदे हां और इस नूं वापस भी सरकार लेगी ते उन्हां दे ध्यान च जिद्दां ही ये आउणा ते वापस। ਤੇ ਸਿਹਤ ਮੰਤਰੀ ਦੀ ਝਾੜ ਤੋਂ ਬਾਅਦ ਸਾਬਕਾ CM ਚਰਨਜੀਤ ਚੰਨੀ ਦੀ ਭਰਜਾਈ ਡਾਕਟਰ ਮਨਿੰਦਰ ਕੌਰ ਨੇ ਵੀ ਅਸਤੀਫਾ ਦੇ ਦਿੱਤਾ ਹੈ। ਡਾਕਟਰ ਮਨਿੰਦਰ ਕੌਰ ਖਰੜ ਸਿਵਲ ਹਸਪਤਾਲ ਦੇ ਵਿੱਚ SMO ਸਨ। ਉਧਰ ਆਮ ਆਦਮੀ ਪਾਰਟੀ ਨੇ ਇਸ ਨੂੰ ਰਸੂਖਦਾਰ ਦਾ ਰਿਸ਼ਤੇਦਾਰ ਦੱਸਦੇ ਹੋਏ ਤੰਜ ਕੱਸਿਆ ਹੈ। ਪਹਿਲਾਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਦਾ ਅਸਤੀਫਾ, ਫਿਰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਜੀਵ ਦੇਵ ਗੰਨ ਦਾ ਅਸਤੀਫਾ ਅਤੇ ਹੁਣ ਸਾਬਕਾ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਭਰਜਾਈ SMO ਡਾਕਟਰ ਮਨਿੰਦਰ ਕੌਰ ਦਾ ਅਸਤੀਫਾ। ਸਾਬਕਾ CM ਚਰਨਜੀਤ ਸਿੰਘ ਚੰਨੀ ਦੀ ਭਰਜਾਈ SMO ਡਾਕਟਰ ਮਨਿੰਦਰ ਕੌਰ ਨੇ ਆਪਣੇ ਅਸਤੀਫੇ ਦਾ ਕਾਰਨ ਭਾਵੇਂ ਨਿੱਜੀ ਰੁਝੇਵੇਂ ਦੱਸੇ ਨੇ, ਪਰ ਉਹਨਾਂ ਦੇ ਅਸਤੀਫੇ ਨੂੰ ਕੁਝ ਦਿਨ ਪਹਿਲਾਂ ਸਿਹਤ ਮੰਤਰੀ ਦੇ ਵੱਲੋਂ ਖਰੜ ਹਸਪਤਾਲ ਦੇ ਕੀਤੇ ਦੌਰੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਦਰਅਸਲ 20 ਜੁਲਾਈ ਨੂੰ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੇ ਖਰੜ ਹਸਪਤਾਲ ਦਾ ਦੌਰਾ ਕੀਤਾ ਸੀ। ਹਸਪਤਾਲ ਪ੍ਰਬੰਧਾਂ ਤੇ ਸਵਾਲ ਚੁੱਕੇ ਸਨ। ਇਸ ਦੌਰੇ ਦੇ ਦੌਰਾਨ ਸਿਹਤ ਮੰਤਰੀ ਨੇ ਕਈ ਖਾਮੀਆਂ ਪਾਈਆਂ ਸਨ। ਹਸਪਤਾਲ ਦੇ ਬੈੱਡ ਤੇ ਫਟੇ ਹੋਏ ਗੱਦੇ, ਬਾਥਰੂਮ ਦੇ ਵਿਚਲੀ ਗੰਦਗੀ। ਇਸ ਮੌਕੇ ਸਿਹਤ ਮੰਤਰੀ ਦੇ ਵੱਲੋਂ SMO ਮਨਿੰਦਰ ਕੌਰ ਨੂੰ ਤਾੜਨਾ ਕੀਤੀ ਗਈ ਸੀ, ਜਿਸ ਤੋਂ ਬਾਅਦ ਮਨਿੰਦਰ ਕੌਰ ਦਾ ਖਰੜ ਤੋਂ ਬਰਨਾਲੇ ਦੇ ਧਨੌਲਾ ਵਿਖੇ ਤਬਾਦਲਾ ਕਰ ਦਿੱਤਾ ਗਿਆ ਸੀ। ਡਾਕਟਰ ਮਨਿੰਦਰ ਕੌਰ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਨੇ ਡਾਕਟਰਾਂ ਦੇ ਪ੍ਰਤੀ ਆਪ ਸਰਕਾਰ ਦੀ ਪਹੁੰਚ ਤੇ ਸਵਾਲ ਚੁੱਕੇ ਨੇ। ਬੇਨਤੀ ਕਰਦਾ ਹਾਂ, ਜੌੜਾ ਮਾਜਰਾ ਸਾਹਿਬ ਬਹੁਤ ਕਾਹਲੀ ਕਰ ਰਹੇ ਨੇ, ਇੰਨੀ ਕਾਹਲੀ ਚਾਹੀਦੀ ਨਹੀਂ। ਪ੍ਰੋਫੈਸ਼ਨ ਜਿਹੜੇ ਹੋ ਸਕਦਾ ਹੈ ਕਿ ਸਾਨੂੰ MLA ਬਣਨ ਵਾਸਤੇ ਕੋਈ ਕੁਆਲੀਫਿਕੇਸ਼ਨ ਦੀ ਲੋੜ ਨਹੀਂ ਪੈਂਦੀ, ਪਰ ਡਾਕਟਰ ਬਣਨ ਵਾਸਤੇ ਬਹੁਤ ਕੁਆਲੀਫਿਕੇਸ਼ਨ ਦੀ ਲੋੜ ਪੈਂਦੀ ਹੈ। ਬਹੁਤ ਲੰਮੀ ਹਿਸਟਰੀ ਹੈ, ਔਰ ਖਾਸ ਕਰਕੇ ਜਿਹੜੇ ਸਪੈਸ਼ਲਿਸਟ ਡਾਕਟਰ ਬਣਦੇ ਨੇ ਅੱਜ ਕੱਲ੍ਹ PG ਕਰਨੀ ਬਹੁਤ ਔਖੀ ਹੈ। PG ਤੋਂ ਅੱਗੇ ਹੀ ਬਹੁਤ ਕੁਝ ਹੈ। ਕਿਸੇ ਵੀ ਡਾਕਟਰ ਦਾ ਅਸਤੀਫਾ ਜਿਹੜਾ ਨਾ ਜੀ, ਇਹ ਸਗੋਂ ਇਹ ਡਾਕਟਰਸ ਦਾ ਇੱਜ਼ਤ ਮਾਣ ਕਰਨੀ ਚਾਹੀਦੀ ਹੈ। ਕਿਸੇ ਵੀ ਡਾਕਟਰ ਦਾ, ਭਾਵੇਂ ਚੰਨੀ ਸਾਹਿਬ ਦੀ ਭਰਜਾਈ ਹੈ ਜਾਂ ਡਾਕਟਰ ਰਾਜ ਬਹਾਦਰ ਜਾਂ ਸਾਡੇ ਅੰਮ੍ਰਿਤਸਰ ਦੇ ਸੁਪਰਡੈਂਟ ਨੇ, ਇਹ ਸਰਕਾਰ ਨੂੰ ਮੈਂ ਸਮਝਦਾ ਹਾਂ ਕਿ ਭਗਵੰਤ ਮਾਨ ਜੀ ਬਹੁਤ ਦੇਰੀ ਕਰ ਰਹੇ ਆ। ਇਹਨਾਂ ਨੂੰ ਇਮੀਡੀਏਟਲੀ ਇਹ ਮਸਲਾ ਸੋਲਵ ਕਰਨਾ ਚਾਹੀਦਾ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਲਵਿੰਦਰ ਕੰਗ ਨੇ ਡਾਕਟਰ ਮਨਿੰਦਰ ਦੇ ਅਸਤੀਫੇ ਤੇ ਕਿਹਾ ਕਿ ਇਹਨਾਂ ਲੋਕਾਂ ਨੂੰ ਕੰਮ ਕਰਨ ਦੀ ਆਦਤ ਨਹੀਂ ਰਹੀ ਸੀ। ਕੰਮ ਤੇ ਕਰਨਾ ਪਊਗਾ। ਜੇ ਕੋਈ ਸੋਚੇ ਵੀ ਮੈਂ ਵੱਡੇ ਰਸੂਖਦਾਰ, ਵੱਡੇ ਲੀਡਰ ਘਰਾਣੇ ਦੀ ਬਹੂ ਆ, ਬੇਟੀ ਆ, ਬੇਟਾ ਆ, ਘਰ ਵਾਲਾ ਆ, ਰਿਸ਼ਤੇਦਾਰ ਹੈ, ਤੇ ਮੈਂ ਸਰਕਾਰ 'ਚ ਕੰਮ ਨਹੀਂ ਕਰਨਾ, ਕੰਮ ਤੇ ਦੇਖੋ ਕਰਨਾ ਪਊਗਾ। ਡਾਕਟਰ ਮਨਿੰਦਰ ਕੌਰ ਦੇ ਅਸਤੀਫੇ ਤੋਂ ਬਾਅਦ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਤੋਂ ਗਰਮ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਪੋ ਆਪਣੇ ਤਰਕ ਨੇ। ਬਿਊਰੋ ਰਿਪੋਰਟ, ਨਿਊਜ਼ 18। ਤੇ ਪ੍ਰਸਿੱਧ ਪੰਜਾਬੀ ਗੀਤਕਾਰ ਜਾਨੀ ਨੂੰ ਧਮਕੀਆਂ ਮਿਲ ਰਹੀਆਂ ਨੇ। ਜਾਨੀ ਇਹਨਾਂ ਧਮਕੀਆਂ ਤੋਂ ਪਰੇਸ਼ਾਨ ਹੈ ਤੇ ਹੁਣ ਉਸਨੇ ਮੁੱਖ ਮੰਤਰੀ ਮਾਨ ਦੇ ਅੱਗੇ ਸੁਰੱਖਿਆ ਦੀ ਗੁਹਾਰ ਲਾਈ ਹੈ। ਜਾਨੀ ਵੱਲੋਂ ਇੱਕ ਚਿੱਠੀ CM ਨੂੰ ਲਿਖੀ ਗਈ ਹੈ, ਜਿਸ 'ਚ ਉਹਨਾਂ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ। ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਹੋਏ ਕਤਲ ਤੋਂ ਬਾਅਦ ਪੰਜਾਬੀ 뮤직 ਇੰਡਸਟਰੀ ਸਦਮੇ ਵਿੱਚ ਹੈ, ਖੌਫ ਵਿੱਚ ਹੈ, ਡਰ ਦੇ ਮਾਹੌਲ ਵਿੱਚ ਹੈ, ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹੈ। ਪ੍ਰਸਿੱਧ ਗੀਤਕਾਰ ਜਾਨੀ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਜਾਨੀ ਤੇ ਉਸਦੇ ਮੈਨੇਜਰ ਨੂੰ ਧਮਕੀਆਂ ਮਿਲ ਰਹੀਆਂ ਨੇ। ਇਹਨਾਂ ਧਮਕੀਆਂ ਤੋਂ ਪਰੇਸ਼ਾਨ ਜਾਨੀ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੇ ADGP ਸੁਰੱਖਿਆ ਨੂੰ ਚਿੱਠੀ ਲਿਖੀ ਹੈ। ਜਾਨੀ ਨੇ ਆਪਣੀ ਚਿੱਠੀ ਦੇ ਵਿੱਚ ਲਿਖਿਆ ਹੈ
ਮੈਨੂੰ ਤੇ ਮੇਰੇ ਮੈਨੇਜਰ ਦਿਲਰਾਜ ਨੰਦਾ ਨੂੰ ਗੈਂਗਸਟਰਾਂ ਅਤੇ ਸ਼ਰਾਰਤੀ ਅਨਸਰਾਂ ਤੋਂ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਨੇ। ਇਹ ਮਾਮਲਾ ਮੈਂ ਐਸਪੀ ਮੋਹਾਲੀ ਦੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਚੁੱਕਾ ਹਾਂ। ਇਹਨਾਂ ਧਮਕੀਆਂ ਦੀ ਵਜ੍ਹਾ ਕਰਕੇ ਮੈਂ ਆਪਣਾ ਪਰਿਵਾਰ ਪਹਿਲਾਂ ਹੀ ਪੰਜਾਬ ਤੋਂ ਬਾਹਰ ਸ਼ਿਫਟ ਕਰ ਚੁੱਕਾ ਹਾਂ। ਮੈਂ ਤੇ ਮੇਰਾ ਮੈਨੇਜਰ ਇਹਨਾਂ ਧਮਕੀਆਂ ਕਰਕੇ ਮਾਨਸਿਕ ਤਣਾਅ ਦੇ ਵਿੱਚੋਂ ਲੰਘ ਰਹੇ ਹਾਂ। ਦਿਨ ਦਿਹਾੜੇ ਜਿਸ ਬੇਰਹਿਮੀ ਤੇ ਖੌਫਨਾਕ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ, ਉਸ ਨੂੰ ਅਸੀਂ ਦੇਖਿਆ ਹੈ। ਅਜਿਹੇ ਦੇ ਵਿੱਚ ਪੰਜਾਬ ਦੇ ਵਿੱਚ ਆਊਟਡੋਰ ਥਾਵਾਂ ਤੇ ਫਿਲਮਾਂ ਦੀ ਸ਼ੂਟਿੰਗ ਕਰਨਾ ਚੁਣੌਤੀ ਹੈ। ਮੇਰੇ ਲਈ ਆਊਟਡੋਰ ਥਾਵਾਂ ਤੇ ਸ਼ੂਟਿੰਗ ਕਰਨਾ ਜਾਂ ਮੇਰੇ ਰੋਜ਼ ਦੇ ਪ੍ਰੋਫੈਸ਼ਨਲ ਕੰਮ ਕਰਨਾ ਬੇਹੱਦ ਮੁਸ਼ਕਿਲ ਹੈ। ਅਜਿਹੇ ਵਿੱਚ ਮੈਨੂੰ ਤੇ ਮੇਰੇ ਮੈਨੇਜਰ ਦਿਲਰਾਜ ਨੰਦਾ ਤੇ ਮੇਰੇ ਸਟਾਫ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਮਿਲਣਾ ਬੇਹੱਦ ਜ਼ਰੂਰੀ ਹੈ। ਚੌਕਸੀ ਤੇ ਢੁਕਵੀਂ ਸੁਰੱਖਿਆ ਨਾਲ ਹੀ ਖਤਰੇ ਦੀ ਸੰਭਾਵਨਾ ਨੂੰ ਰੋਕਿਆ ਜਾ ਸਕਦਾ ਹੈ। ਇਸ ਲਈ ਮੇਰੀ ਬੇਨਤੀ ਹੈ, ਸਾਨੂੰ ਪੱਕੀ ਤੇ ਢੁਕਵੀਂ ਸੁਰੱਖਿਆ ਦਿੱਤੀ ਜਾਵੇ। ਮੁੱਖ ਮੰਤਰੀ ਜੀ ਬਹੁਤ ਸੰਜੀਦਾ ਇਸ ਮਾਮਲੇ ਤੇ, ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਹੋਊਗਾ। ਇਹਦੇ ਤੇ ਵੀ ਇਨਵੈਸਟੀਗੇਸ਼ਨ ਦਾ ਮਾਮਲਾ, ਜੇ ਕੋਈ ਹੋਊਗਾ ਤਾਂ ਡੈਫੀਨੇਟਲੀ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋਊਗੀ ਔਰ ਪੰਜਾਬ ਦੇ ਲੋਕਾਂ ਨੂੰ ਜਿਹੜਾ ਸੁਰੱਖਿਆ ਦਾ ਮਾਹੌਲ ਜਿਹੜਾ ਉਹ ਦੇਣ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ, ਸਰਕਾਰ ਦੀ ਕਮਿਟਮੈਂਟ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਗੱਲ ਉੱਭਰੀ ਸੀ ਕਿ ਗੈਂਗਸਟਰਾਂ ਦੀ ਨਜ਼ਰ ਪੰਜਾਬੀ 뮤직 ਇੰਡਸਟਰੀ ਤੇ ਹੈ। ਗੈਂਗਸਟਰ 뮤직 ਕੰਪਨੀਆਂ ਦੇ ਜ਼ਰੀਏ ਪੈਸਾ ਲਾਉਂਦੇ ਨੇ, ਨਾਮੀ ਗਾਇਕਾਂ ਨੂੰ ਧਮਕਾਉਂਦੇ ਨੇ, ਰੰਗਦਾਰੀਆਂ ਲੈਂਦੇ ਨੇ ਤੇ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਟ੍ਰੈਂਡ ਘਟਣ ਦੀ ਥਾਂ ਤੇ ਹੋਰ ਵਧਿਆ ਅਤੇ ਹੁਣ ਗੀਤਕਾਰ ਜਾਨੀ ਦੇ ਵੱਲੋਂ ਆਪਣੀ ਸੁਰੱਖਿਆ ਨੂੰ ਲੈ ਕੇ ਜਤਾਈ ਚਿੰਤਾ ਨੂੰ ਵੀ ਇਸੇ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਹੈ। ਚੰਡੀਗੜ੍ਹ ਤੋਂ ਨਪਿੰਦਰ ਬਰਾੜ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18।